ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕਉ ਸਮਰੱਥ ਕਹਾ ਤੁਸ਼ ਪ੍ਰਭ ਬੁੱਧ ਹਮਾਰੀ ਵਰਣਨ ਸਕੈ ਮਹਿਮਾ ਜੋ ਤੁਹਾਰ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਭ ਤੇ ਉੱਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਬਖਸ਼ੇ ਜੋ ਵੀ ਗੁਰਸਿੱਖ ਪਿਆਰੇ ਸਮੂਹ ਮਾਈ ਭਾਈ ਆਪ ਜੀ ਸਤਿਗੁਰਾਂ ਦੇ ਪਾਵਨ ਪਵਿੱਤਰ ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਭ ਧੰਨਤਾ ਦੇ ਯੋਗ ਹੋ ਜੀ, ਵੱਡਿਆਂ ਕਰਮਾਂ ਵਾਲੇ ਹੋ। ਜੋ ਆਪਣੇ ਸਾਹਾਂ ਨੂੰ, ਸਮੇਂ ਨੂੰ, ਮਨੁੱਖਾ ਜਨਮ ਨੂੰ ਗੁਰੂ ਚਰਨਾਂ 'ਚ ਬਹਿ ਕਰਕੇ ਗੁਜ਼ਾਰ ਕਰਕੇ ਸਫਲੇ ਬਣਾ ਰਹੇ ਹੋ, ਲੇਖੇ ਵਿੱਚ ਲਾਉਣ ਦਾ ਯਤਨ ਕਰਦੇ ਹੋ। ਲੜੀਵਾਰ ਕਥਾ ਉਹਦੀ ਕਿਰਪਾ ਦੇ ਨਾਲ ਸਾਨੂੰ ਪ੍ਰਾਪਤ ਹੋਈ ਹੈ। ਆਓ ਜੀ, ਜਿੰਨਾ ਕੁ ਸਮਾਂ ਮਹਾਰਾਜ ਬਖਸ਼ਦੇ ਆ ਯਤਨ ਕਰੀਏ ਆਪੋ ਆਪਣੀਆਂ ਮਨ ਬਿਰਤੀਆਂ ਕਾਗਰ ਕਰਕੇ ਉਹਦੇ ਚਰਨਾਂ 'ਚ ਧਿਆਨ ਜੋੜੀਏ। ਮਨ ਬਣੇ
ਗੁਰੂ ਦਾ ਗਿਆਨ ਅੰਦਰ ਗ੍ਰਹਿਣ ਕਰਨ ਦਾ ਰਸ ਆਉਣ ਲੱਗ ਜਾਵੇ। ਬਾਣੀ ਚੋਂ, ਨਾਮ ਚੋਂ, ਕਥਾ ਚੋਂ, ਸੇਵਾ ਚੋਂ ਭੁੱਖ ਲੈ ਜਾਵੇ, ਅੰਦਰ ਦਾ ਸਕੂਨ ਆਉਣ ਲੱਗ ਜੇ। ਅੰਦਰ ਦਾ ਸਕੂਨ। ਇੱਥੇ ਕੇਵਲ ਬਾਹਰ ਦੇ ਸੁੱਖੇ ਨਹੀਂ ਮਿਲਦੇ, ਕੇਵਲ ਬਾਹਰ ਦੀਆਂ ਦਾਤਾਂ ਹੀ ਨਹੀਂ ਮਿਲਦੀਆਂ। ਇੱਥੇ ਅੰਦਰ ਦਾ ਸਕੂਨ ਵੀ ਮਿਲਦਾ ਜੀ, ਸ਼ਾਂਤੀ, ਜੋ ਹਰ ਟਾਈਮ ਸਾਡੇ ਕਲਯੁਗੀ ਜੀਵਾਂ ਦੇ ਅੰਦਰ ਕਾਲਾਪਣ ਹੈ ਨਾ, ਭੱਜ ਦੌੜ ਹੈ, ਖਿਆਲਾਂ 'ਚ, ਬੋਲਾਂ 'ਚ, ਕਰਮਾਂ 'ਚ, ਵੇਖਣ ਸੁਣਨ 'ਚ। ਉਹ ਖਿਆਲਾਂ ਦੀ ਸ਼ਾਂਤੀ, ਅਟਕਾ ਜਿਹੜਾ ਹੈ, ਆ ਗੁਰੂ ਦੇ ਸੱਚੇ ਬਚਨਾਂ ਦੇ ਨਾਲ ਜੁੜ ਕਰਕੇ ਗੁਰਮੁਖੋ ਅਧਿਆਤਮਿਕ ਗਿਆਨ, ਅਧਿਆਤਮਿਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਟਿਕਾ ਆਵੇ, ਸੀਤਲ ਹੋ ਜਾਏ ਬੰਦੇ ਦਾ ਅੰਦਰ। ਤਪਤ ਕੜਾਹਾ ਬੁਝ ਗਇਓ, ਗੁਰ ਸੀਤਲ ਨਾਮ ਦਿਓ। ਸੀਤਲ ਨਾਮ, ਸ਼ਾਂਤੀ। ਕੱਲ ਜੋ ਵਿਚਾਰ ਰਹੇ ਸਾਂ ਆਪਾਂ, ਵੱਡਿਆਂ ਕਰਮਾਂ ਵਾਲਿਆਂ ਨੂੰ ਸਤਸੰਗਤ ਮਿਲਦੀ ਆ। ਤੇ ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰੇਮੀਓ ਨਾਮ ਰਸ ਜਿਹੜਾ ਹੈ ਸਾਡੇ ਹਿਰਦੇ ਰੂਪੀ ਪੱਲੇ 'ਚ ਨਹੀਂ ਪੈਂਦਾ। ਜੀਭ ਨਾਲ ਅਸੀਂ ਲੱਖ ਬੋਲੀ ਜਾਈਏ, ਲੱਖ ਮੇਰੇ ਵਰਗਾ ਪੜ੍ਹੀ ਜਾਵੇ, ਬਾਣੀ ਕਰੀ ਜਾਵੇ, ਕਥਾ, ਗੱਲ ਨਹੀਂ ਬਣਦੀ। ਬਾਹਰੋਂ ਪੜ੍ਹਨਾ ਸੁਣਨਾ ਹੋਰ ਹੈ, ਬਹੁਤ ਵਾਰ ਬੇਨਤੀ ਕੀਤੀ ਹੈ। ਅੰਦਰ ਹਿਰਦੇ 'ਚ ਵਸਾਉਣਾ ਕੁਛ ਹੋਰ ਹੈ, ਰਸ ਆਉਣਾ ਕੁਛ ਹੋਰ ਹੈ। ਕਿਰਪਾ ਤੋਂ ਬਿਨਾਂ ਹਿਰਦੇ ਰੂਪੀ ਪੱਲੇ 'ਚ ਭਾਵ ਅੰਤःਕਰਣ ਦੇ ਵਿੱਚ ਉਹ ਨਹੀਂ ਪੈਂਦਾ। ਫਿਰ ਮਨਮੁਖ ਜਿਹੜੇ ਨੇ ਉਹ ਬਿਰਲਾਪ ਕਰਦੇ ਨੇ, ਬਿਲਕਦੇ ਨੇ ਜੀ, ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ। ਕਿਉਂਕਿ ਉਹ ਸਤਿਗੁਰ ਆਗੇ ਨਾ ਨਿਵੈ, ਉਹਨਾਂ ਅੰਤਰ ਕ੍ਰੋਧ ਬਿਲਾਏ। ਉਹ ਜਿਹੜੇ ਆ ਉਹ ਗੁਰੂ ਦੇ ਅੱਗੇ ਨਿਮਦੇ ਨਹੀਂ। ਕੱਲ ਜੋ ਵਿਚਾਰਿਆ ਸੀ ਕਿ ਕੁਝ ਛਕਣਾ ਨਾ, ਹੰਸ ਨੇ ਹੀਰੇ ਮੋਤੀ, ਗਰਦਨ ਨੀਵੀਂ ਕਰਨੀ ਪੈਣੀ ਹੈ। ਇੱਥੇ ਵੀ ਹਉਮੈ ਹੰਕਾਰ ਦਾ ਸਿਰ ਵੱਢ ਕੇ ਆਉਣਾ ਪੈਣਾ। ਜਿਹੜੇ ਗੁਰੂ ਦੇ ਅੱਗੇ ਨਹੀਂ ਨਿਭਦੇ, ਭਾਵ ਉਹਨਾਂ ਦੇ ਅੰਦਰ ਮਨ ਦਾ ਹੰਕਾਰ ਹੈ, ਹੰਕਾਰ ਨਹੀਂ ਛੱਡਦੇ, ਉਹਨਾਂ ਨੂੰ ਇਹ ਬਲਾ ਜਿਹੜੀ ਆ ਚਿੰਬੜੀ ਹੋਈ ਆ। ਬੁਰੀ ਬਲਾ ਜਿਹੜੀ ਹੈ ਹੰਕਾਰ ਦੀ, ਅੰਤਰ ਕ੍ਰੋਧ ਬਲਾਏ। ਉਹ ਚੁੜੇਲ ਜਿਹੜੀ ਆ, ਡੈਣ ਜਿਹੜੀ ਆ, ਉਹਨਾਂ ਨੂੰ ਚਿੰਬੜੀ ਆ। ਮਹਾਰਾਜ ਅੱਗੇ ਕਹਿੰਦੇ, ਹਰ 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 ਰਸ ਆਪ ਹੈ, ਆਪੇ ਹਰ ਰਸ ਹੋਏ। ਕਹਿੰਦੇ ਪਰਮਾਤਮਾ ਜੋ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ, ਉਹ ਪਰਮੇਸ਼ਰ ਸਾਰਿਆਂ 'ਚ ਰਸ ਰੂਪ ਆਪ ਹੀ ਹੈ। ਹਰ 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 ਰਸ ਆਪ ਹੈ, ਆਪੇ ਹਰ ਰਸ ਹੋਏ। ਸਾਰਿਆਂ ਨੂੰ ਹਰਿਆ ਭਰਿਆ ਉਹੀ ਕਰਦਾ ਹੈ, ਤੇ ਸਭ ਦੇ ਵਿੱਚ ਰਾਸ ਰੂਪ ਵੀ ਉਹੀ ਹੈ। ਜੋ ਪਰਮੇਸ਼ਰ ਭੂਤ ਕਾਲ ਵਿੱਚ ਸੀ, ਜੋ ਸਾਡਾ ਪਿੱਛੇ ਲੰਘ ਗਿਆ ਸਮਾਂ, ਉੱਥੇ ਵੀ ਸੀ, ਹੁਣ ਵੀ ਆ, ਤੇ ਜਿਹੜਾ ਸਾਡਾ ਆਉਣ ਵਾਲਾ ਭਵਿੱਖ, ਫਿਊਚਰ ਆਪਾਂ ਕਹਿੰਦੇ ਆ, ਭਗਵਾਨ, ਉਹ ਉੱਥੇ ਵੀ ਹੋਏਗਾ। ਸਾਰਿਆਂ 'ਚ ਆਨੰਦ ਰੂਪ ਵੀ ਆਪ ਹੀ ਆ। ਜਿਵੇਂ ਕਹਿੰਦੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਵੀ
ਗੀਤਾ ਦੇ ਵਿੱਚ ਬਚਨ ਕੀਤਾ ਕਿ ਹਰੀ ਹਰਤੀ ਪਾਪਾਨੀ ਦੁਸ਼ਟ ਚਿੱਤਰ ਵੀ ਸਿਮਰਤਾ। ਕਹਿੰਦੇ ਉਹ ਆਪ ਹੀ ਪਰਮੇਸ਼ਰ ਸਤਿਗੁਰਾਂ ਦੇ ਹਿਰਦੇ 'ਚ ਆਨੰਦ ਰੂਪ ਹੋ ਰਿਹਾ। ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ। ਆਪ ਹੀ ਗੁਰੂ ਰੂਪ ਹੋ ਕੇ ਦਇਆ ਕਹੀਏ ਰਹਿਮ ਧਾਰ ਕੇ ਹਰ ਰਸ ਦਿੰਦਾ ਸੀ ਤੇ ਦੇ ਰਿਹਾ, ਤੇ ਦੇਵ ਸੀ ਅੱਗੋਂ ਨੂੰ ਵੀ ਉਹ ਦੇਵੇਗਾ। ਆਪ ਦਇਆ ਕਰ ਦੇਵ ਸੀ, ਪਿੱਛੇ ਵੀ ਉਹਨੇ ਦਿੱਤਾ ਹੈ, ਹੁਣ ਵੀ ਦੇ ਰਿਹਾ, ਅੱਗੇ ਨੂੰ ਵੀ ਦੇਗਾ। ਗੁਰਮੁਖ ਅੰਮ੍ਰਿਤ ਚੋਏ, ਆਪ ਹੀ ਗੁਰਮੁਖਾਂ ਦੇ ਹਿਰਦਿਆਂ 'ਚ ਇਸ ਅੰਮ੍ਰਿਤ ਰਸ ਨੂੰ ਗੁਰੂ ਰੂਪ ਧਾਰ ਕੇ ਚੋਏ ਕੀਏ ਚੋਂਦੇ ਹਨ ਭਾਵ। ਜਿਵੇਂ ਬੱਦਲ ਪਪੀਹੇ ਦੇ ਮੁਖ 'ਚ ਸਵੰਤੀ ਬੂੰਦ ਚੋ ਦਿੰਦੇ ਆ ਨਾ, ਤੇ ਜੋਗੀਆਂ ਦੇ 10ਵੇਂ ਦੁਆਰ 'ਚ ਜੋਗ ਆਨੰਦ ਜਿਹੜਾ ਹੈ ਚਾਹੁੰਦਾ ਹੈ। ਇਵੇਂ ਹੀ ਸਤਿਗੁਰੂ ਜੀ ਕਿਰਪਾ ਕਰਕੇ ਗੁਰਮੁਖਾਂ ਦੇ ਅੰਦਰ ਇਹ ਹਰੀ ਰਸ ਜਿਹੜਾ ਹੈ ਚੁਆ ਦਿੰਦੇ ਆ, ਭਾਵ ਆਤਮਿਕ ਆਨੰਦ ਦੀ ਬਖਸ਼ਿਸ਼ ਉਹ ਕਰਦਾ। ਨਾ ਤਾਂ ਦੇਖੋ ਜੀ ਇਹ ਆਨੰਦ ਜਿਹੜਾ ਬਾਣੀ ਦਾ, ਨਾਮ ਦਾ ਕਿਸੇ ਨੂੰ ਦਿਖਦਾ, ਰਸ ਜਿਹੜਾ ਹੈ ਇਹ ਉਹ ਮਾਲਕ ਕਿਰਪਾ ਜਦੋਂ ਕਰਦਾ ਨਾ, ਉਹ ਰਸ ਜਿਹੜਾ ਹੈ ਜਦੋਂ ਆਉਣ ਲੱਗ ਗਿਆ, ਸਮਝੋ ਕਿ ਉਹਨੇ ਸਾਡੇ ਅੰਦਰ, ਸਾਡੇ ਮੁਖ ਦੇ ਵਿੱਚ ਉਹ ਨਾਮ ਰਸ ਚੋ ਦਿੱਤਾ। ਜਦੋਂ ਸਾਨੂੰ ਭੁੱਖ ਜੀ ਲੱਗਣ ਲੱਗ ਜਾਏ ਨਾ ਜੀ, ਕੁਝ ਖੁੱਸਿਆ ਲੱਗੇ ਵੀ ਅੱਜ ਪੀਤਾ ਨਹੀਂ, ਅੱਜ ਬਾਣੀ ਨਹੀਂ ਮੈਂ ਪੜ੍ਹੀ, ਸੇਵਾ ਨਹੀਂ ਕਰੀ, ਇਸ ਤਰ੍ਹਾਂ ਭੁੱਖ ਜਦੋਂ ਲੱਗਣ ਲੱਗ ਜਾਂਦੀ ਹੈ, ਉੱਥੇ ਸਮਝੋ ਕਿ ਉਹਨੇ ਅੰਦਰ ਉਹ ਆਨੰਦ ਰੂਪ ਨਾਮ ਰਸ ਜਿਹੜਾ ਚੋ ਦਿੱਤਾ ਹੈ। ਉਹ ਫਿਰ ਦੱਸਣ ਦੀ ਗੱਲ ਨਹੀਂ ਰਹਿ ਜਾਂਦੀ। ਫਿਰ ਸੰਸਾਰ 'ਚ ਰਹਿ ਕੇ ਬੰਦੇ ਨੂੰ, ਗੁਰਮੁਖ ਬਿਰਤੀ ਨੂੰ ਹਰ ਕੰਮ ਦੇ ਵਿੱਚੋਂ ਰਸ ਆਏਗਾ, ਆਨੰਦ ਆਏਗਾ। ਬਸ ਬਿਰਤੀ ਇਹ ਚੇਂਜ ਹੋਣੀ ਆ। ਬਿਰਤੀ ਜਦੋਂ ਮਹਾਤਮਾ ਦੀ ਬਿਰਤੀ ਬਣ ਗਈ, ਸੰਤਾਂ ਦੀ ਬਿਰਤੀ ਬਣ ਗਈ, ਗੁਰਮੁਖੋ ਮੇਰ ਤੇਰ ਖਤਮ, ਦੁੱਧਾ ਖਤਮ, ਤਾਂ ਨਿੱਕੀਆਂ ਨਿੱਕੀਆਂ ਗੱਲਾਂ ਚੋਂ ਵੀ, ਨਿੱਕੇ ਨਿੱਕੇ ਕੰਮਾਂ ਚੋਂ ਵੀ ਬੰਦਾ ਵੱਡੀਆਂ ਵੱਡੀਆਂ ਖੁਸ਼ੀਆਂ ਪ੍ਰਾਪਤ ਕਰ ਲੈਂਦਾ। ਆਨੰਦ ਨਾਲ ਜੀਵਨ ਜਿਉਂਦਾ ਹੈ, ਆਨੰਦ ਨਾਲ। ਦਿਨ ਚੜਿਆ ਛਿਪ ਗਿਆ, ਛਿਪ ਗਿਆ ਚੜ ਗਿਆ। ਅੱਜ ਦੀ ਜ਼ਿੰਦਗੀ ਸਾਡੀ ਵਧੀਆ ਚਾਹੀਦੀ ਹੈ, ਕੱਲ ਦਾ ਕੋਈ ਪਤਾ ਨਹੀਂ। ਉਹ ਕਹਿੰਦੇ ਗੁਰੂ ਫਿਰ ਕਿਰਪਾ ਕਰਦਾ, ਗੁਰਮੁਖਾਂ ਦੇ ਅੰਦਰ ਹਰੀ ਰਸ ਜਿਹੜਾ ਚੁਆ ਦਿੰਦਾ, ਚੋ ਦਿੰਦੇ ਆ, ਆਤਮਿਕ ਆਨੰਦ ਦੀ ਉਹ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਉਹਨਾਂ ਗੁਰਮੁਖਾਂ ਦਾ ਤਨ ਵੀ ਮਨ ਵੀ, ਤਨ ਵੀ ਜੀ ਤੇ ਮਨ ਵੀ ਕਹਿੰਦੇ ਹਰਿਆਵਲ, ਹਰਿਆ ਹੋ ਜਾਂਦਾ ਹੈ। ਅੰਦਰ ਜਿਹੜਾ ਸੁੱਕ ਜਾਂਦਾ ਹੈ ਨਾ ਨਾਮ ਤੋਂ ਬਿਨਾਂ, ਉਹ ਵੀ ਹਰਿਆ ਹੋ ਜਾਂਦਾ ਹੈ। ਆ ਸਰੀਰ ਜਿਹੜਾ, ਤਨ ਜਿਹੜਾ ਬਾਹਰ, ਇੱਥੇ ਵੀ ਬੜੇ ਰੋਗ ਲੱਗਦੇ ਆ। ਕਈ ਵਾਰ ਐਸੇ ਰੋਗ ਹੁੰਦੇ ਨੇ, ਰੱਬ ਨਾ ਕਰੇ ਕਿਸੇ ਨੂੰ ਲੱਗੇ, ਜਿਹਦਾ ਕੋਈ ਇਲਾਜ ਹੀ ਨਹੀਂ ਹੁੰਦਾ। ਫਿਰ ਉਹ ਗੁਰੂ ਦੇ ਦਰ ਤੇ ਆ ਕੇ ਪ੍ਰੇਮਿਓ ਰੋਗ ਜਿਹੜੇ ਨੇ ਠੀਕ ਹੁੰਦੇ ਆ, ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਂਦੇ ਨੇ। ਬੜਿਆਂ ਦੇ ਨਾਲ ਇਹ ਗੱਲਾਂ ਵਾਪਰੀਆਂ ਨੇ, ਫਿਰ ਬੰਦਾ ਸਭ ਕੁਝ ਛੱਡ ਦਿੰਦਾ ਵੀ ਜਿਹੜਾ ਹੁੰਦਾ ਹੋਣ ਦੇ, ਦਵਾਈ ਕੰਮੇ ਨਹੀਂ ਕਰਦੀ। ਉੱਥੇ ਫਿਰ ਇੱਥੇ ਆ ਕੇ ਗੁਰੂ ਚਰਨਾਂ 'ਚ, ਪਰਮੇਸ਼ਰ ਦੇ ਚਰਨਾਂ 'ਚ ਬੰਦਾ ਬੇਨਤੀ ਕਰਦਾ, ਸੱਚੇ ਪਾਤਸ਼ਾਹ ਹੁਣ ਤੂੰ ਹੀ ਰੱਖਣਹਾਰ ਹੈ। ਫਿਰ ਇੱਥੋਂ ਗੁਰੂ ਕਿਰਪਾ ਕਰਦਾ, ਰੱਬ ਮਿਹਰ ਕਰਦਾ, ਫਿਰ ਦਾਨ ਦਿੰਦਾ, ਜੀਵਨ ਦਾਨ ਉਹ ਦੇ ਦਿੰਦਾ ਹੈ।
ਗੁਰਮੁਖਾਂ ਦਾ ਤਨ ਵੀ ਮਨ ਵੀ ਸਭ ਹਰਿਆਵਲ ਹੋ ਜਾਂਦਾ ਹੈ। ਭਾਉ ਭਗਤੀ ਦੁਆਰਾ ਤਨ ਮਨ ਮੌਲ ਉੱਠਦਾ ਹੈ। ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਦੇ ਮਨ ਵਿੱਚ ਉਹ ਪਰਮੇਸ਼ਰ ਜਿਹੜਾ ਹੈ ਆ ਕੇ ਵਸ ਗਿਆ। ਨਾਨਕ ਹਰ ਵਸਿਆ ਮਨ ਸੋਏ, ਸੁਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦਿਸ਼ਟ ਸੰਚ ਜੀਵਾਹੇ। ਇੱਕ ਖਿਨ ਦੇ ਵਿੱਚ ਉਹ ਹਰੇ ਭਰੇ ਕਰ ਦਿੰਦਾ ਹੈ। ਬਸ ਪਾਣੀ ਮਿਲਣਾ ਜ਼ਰੂਰੀ ਹੈ ਜੀ ਉਹਦੇ ਨਾਮ ਦਾ। ਅਗਲੇ ਜੋ ਬਚਨ ਨੇ ਮਹਾਰਾਜ ਦੇ, ਅਗਲਾ ਸ਼ਬਦ ਕਿ ਦਿਨ ਚੜ੍ਹੇ ਫਿਰ ਆਥ ਵੈ, ਰਹਿਣ ਸਵਾਈ ਜਾਏ। ਜੀਵਾਂ ਦੀ ਹਾਲਤ ਜਿਹੜੀ ਹੈ ਐਸੀ ਹੈ ਕਿ ਜਿਵੇਂ ਦਿਨ ਚੜ੍ਹਦਾ ਫਿਰ ਆਥ ਵੈ ਕੀ ਅਸਤ ਭਾਵ ਛਿਪ ਜਾਂਦਾ ਹੈ। ਫਿਰ ਸਵਾਈ ਭਾਵ ਸਾਰੀ ਰਹਿਣ ਰਾਤ ਜਿਹੜੀ ਹੈ ਬਤੀਤ ਹੋ ਜਾਂਦੀ ਆ। ਇਸੇ ਪ੍ਰਕਾਰ ਮਨੁੱਖਾ ਜਨਮ ਰੂਪੀ ਦਿਨ ਚੜ੍ਹਦਾ ਫਿਰ ਬਿਰਧ ਅਵਸਥਾ ਰੂਪੀ ਅਸਤ ਹੋ ਜਾਂਦਾ ਹੈ, ਖਤਮ ਹੋ ਜਾਂਦਾ। ਇਸ ਤਰ੍ਹਾਂ ਉਮਰ ਰੂਪੀ ਰਹਿਣ ਰਾਤ ਜਿਹੜੀ ਆ ਸਾਰੀ ਹੀ ਧੰਦਿਆਂ 'ਚ ਬਤੀਤ ਹੋ ਜਾਂਦੀ ਆ। ਦੌੜੇ ਆ ਜ਼ਿੰਦਗੀ, ਅਗਿਆਨਤਾ 'ਚ ਸੁੱਤਿਆਂ ਹੀ ਬਤੀਤ ਹੋ ਜਾਂਦੀ ਆ। ਦਿਨ ਚੜ੍ਹੈ ਫਿਰ ਆਤ ਵੈ, ਰਹਿਣ ਸਵਾਈ ਜਾਏ। ਜਿਵੇਂ ਜਨਮ ਹੋਇਆ ਸਮਝੋ ਕਿ ਦਿਨ ਸਾਡਾ ਚੜ੍ਹ ਗਿਆ ਜ਼ਿੰਦਗੀ ਦਾ, ਤੇ ਸ਼ਾਮ ਹੋਈ ਸਮਝੋ ਕਿ ਜਦੋਂ ਭਾਵ ਬਿਰਧ ਹੋ ਗਏ ਉਹ ਸਮਝੋ ਸ਼ਾਮ ਹੋ ਗਈ। ਇਹ ਕੋਈ ਪਤਾ ਨਹੀਂ ਕਿਸੇ ਨੇ ਬਿਰਧ ਹੋਣਾ ਜਾਂ ਨਾ ਹੋਣਾ। ਉਹ ਕਹਿੰਦੇ ਅਗਿਆਨਤਾ 'ਚ ਸੁੱਤਿਆਂ ਦੀ ਬੰਦੇ ਦੀ ਰਹਿਣ ਸਵਾਈ ਜਾਏ। ਸਾਰੀ ਜ਼ਿੰਦਗੀ ਭਾਵ ਜਿਵੇਂ ਰਾਤ ਹੁਣ ਆਪਾਂ ਸੌਂ ਕੇ ਬਤੀਤ ਕਰ ਦਿੰਦੇ ਆ, ਏਦਾਂ ਅਗਿਆਨ ਦੇ ਹਨੇਰੇ ਦੇ ਵਿੱਚ ਬੰਦਾ ਸੁੱਤਿਆਂ ਹੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ ਧੰਦਿਆਂ 'ਚ। ਆਵ ਕਟੈ ਨਰ ਨਾਮ ਬੁਝੈ, ਨਿਤ ਮੂਸਾ ਲਾਜ ਟੁਕਾਏ। ਇਸ ਤਰ੍ਹਾਂ ਕਹਿੰਦੇ ਦਿਨ ਪ੍ਰਤੀ ਦਿਨ ਕਰਕੇ ਆਵ ਕਹੀਏ ਉਮਰ ਘਟਦੀ ਜਾ ਰਹੀ ਆ। ਮੌਤ ਦਿਨ ਤੇ ਰਾਤ ਦੇ ਗਜਾਂ ਨਾਲ ਇਸ ਨੂੰ ਮਿਣਦੀ ਜਾ ਰਹੀ ਆ। ਪਰੰਤੂ ਬੰਦਾ ਜਿਹੜਾ ਹੈ ਸਮਝਦਾ ਨਹੀਂ, ਬੁੱਝਦਾ ਨਹੀਂ ਕਿ ਮੇਰੀ ਹਰ ਰੋਜ਼ ਉਮਰ ਘਟਦੀ ਜਾਂਦੀ ਆ। ਉਮਰ ਘਟਦੀ ਜਾਂਦੀ ਆ ਭਾਵ ਮਾਂ ਜਿਹੜੀ ਆ ਨਾ, ਮਾਂ ਉਹ ਜਨਨੀ ਜਾਨਤ ਸੁਤ ਬੜਾ ਹੋਤ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਬਦ ਘਟਤ ਹੈ। ਮਾਂ ਆਪਣੇ ਬੱਚੇ ਨੂੰ ਵੇਖ ਕੇ ਖੁਸ਼ ਹੁੰਦੀ ਆ, ਮੇਰਾ ਬੱਚਾ ਵੱਡਾ ਹੋ ਰਿਹਾ, ਪਰ ਉਹ ਇਹ ਨਹੀਂ ਜਾਣਦੀ ਕਿ ਇਹਦੀ ਜ਼ਿੰਦਗੀ ਜਿਹੜੀ ਆ, ਉਮਰ ਜਿਹੜੀ ਆ ਦਿਨੋਂ ਦਿਨ ਘਟਦੀ ਜਾਂਦੀ ਆ। ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮ ਰਾਓ ਹਸੈ। ਮੇਰਾ ਮੋਰ ਮੇਰਾ ਮੋਰ ਮੇਰਾ ਚੰਨ, ਮਾਂ ਕਹਿੰਦੀ ਹੈ, ਲਾਡ ਕਰਦੀ ਹੈ ਬੱਚੇ ਨੂੰ, ਪਰ ਉਹਨੂੰ ਜਮ ਰਾਓ ਜੋ ਹੈ ਨਾ, ਜਮ ਜਿਹੜੇ ਨੇ ਭਾਵ ਧਰਮ ਰਾਜ ਜਿਹੜਾ ਦੇਖ ਦੇਖ ਹੱਸਦਾ ਆ ਜਾਂਦੇ ਆ ਜੀ। ਇਹਨੇ ਨੂੰ ਸਿਰ ਤੇ ਕਾਲ, ਮਾਂ ਵੇਖ ਹੱਸਦੀ ਆ, ਅੱਖਾਂ ਦੇ ਸਾਹਮਣੇ ਬੱਚਾ ਖੇਡ ਰਿਹਾ, ਭਲਾਂ 'ਚ ਚਲਾ ਜਾਂਦਾ। ਭਾਵ ਦਿਨ ਰਾਤ ਦੇ ਗੱਜ ਜਿਹੜੇ ਨੇ ਇਹਨੂੰ ਮਿਣਦੇ ਮਿਣਦੇ ਜ਼ਿੰਦਗੀ ਜਾਂਦੀ ਆ। ਦਿਨ ਤੇ ਰਾਤ ਦੇ ਗੱਜ, ਮਨਮੁਖ ਬੰਦਾ ਬੁੱਝਦਾ ਨਹੀਂ। ਭਾਵ ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਉਹ ਕਹਿੰਦੇ ਜਿਹੜਾ ਦਿਨ ਚੜ੍ਹਿਆ ਉਹਨੇ ਇੱਕ ਦਿਨ ਬੀਤ ਜਾਣਾ। ਅੱਜ ਚੜ੍ਹ ਗਿਆ, ਚੜ੍ਹ ਰਿਹਾ ਦਿਨ, ਇਹਨੇ ਛਿਪ ਵੀ ਜਾਣਾ। ਇਸੇ ਤਰ੍ਹਾਂ ਕੱਲ ਦਾ ਆ ਜਾਏਗਾ, ਰੋਜ਼ ਹੀ ਆਉਂਦਾ, ਪਰ ਇਹ ਨਹੀਂ ਪਤਾ ਸੀ ਦੇਖਣਾ ਜਾਂ ਨਾ ਦੇਖਣਾ। ਆਖਰੀ ਦਿਨ ਜਿਹੜਾ ਹੈ ਸੋ ਦਿਨ ਆਵਣ ਲੱਗਾ।
ਦਿਨ ਦਿਨ ਅਬਦ ਘਟਤ ਹੈ। ਉਹ ਕਹਿੰਦੇ ਮੌਤ ਰੂਪੀ ਕਾਲ ਰੂਪੀ ਜਿਹੜਾ ਮੂਸਾ ਕਹੀਏ, ਨਿਤ ਮੂਸਾ ਲਾਜ ਟੁਕਾਵੈ, ਪ੍ਰਮਾਣ ਹੈ ਚੂਹੇ ਦਾ। ਮੂਸਾ ਕਹੀਏ ਚੂਹਾ ਨਿਤਾ ਪ੍ਰਤੀ ਉਮਰ ਰੂਪੀ ਲੱਜ ਨੂੰ ਟੁੱਕ ਰਿਹਾ, ਰੱਸੀ ਜਿਹੜੀ ਆ ਉਹਨੂੰ ਟੁੱਕਦਾ ਹੈ। ਦਿਨ ਤੇ ਰਾਤ ਚਿੱਟਾ ਤੇ ਕਾਲਾ ਚੂਹਾ ਜੋ ਨੇ ਉਹ ਹਰ ਰੋਜ਼ ਉਮਰ ਰੂਪੀ ਲਾਜ ਕਹੀਏ ਲੱਜ ਰੱਸੀ ਨੂੰ ਟੁੱਕ ਰਹੇ ਨੇ। ਅਸੀਂ ਸੁੱਤੇ ਆ, ਬੈਠੇ ਆ, ਖਾ ਪੀ ਰਹੇ ਆ, ਗੱਲਾਂ ਬਾਤਾਂ ਕਰਦੇ ਆ, ਜਿੱਥੇ ਵੀ ਆ, ਜਿਵੇਂ ਹੁਣ ਆ ਰਾਤ ਰੂਪੀ ਚੂਹਾ ਕਾਲਾ, ਇਹ ਵੀ ਜ਼ਿੰਦਗੀ ਰੂਪੀ ਰੱਸੀ ਨੂੰ ਟੁੱਕਦਾ ਜਾਂਦਾ ਹੈ। ਖਤਮ ਹੋ ਇੱਕ ਦਿਨ ਉਹਨੇ ਟੁੱਕ ਦੇਣਾ ਸਭ ਕੁਛ। ਫਿਰ ਚਿੱਟਾ ਚੂਹਾ ਆ ਜਾਂਦਾ, ਭਾਵ ਦਿਨ ਚੜ ਜਾਂਦਾ, ਉਹ ਵੀ ਟੁੱਕਦਾ ਜਾਂਦਾ ਜੀਵਨ ਨੂੰ। ਇਹ ਰੱਸੀ ਇੱਕ ਦਿਨ ਖਤਮ ਹੋਣੀ ਹੀ ਹੋਣੀ ਆ। ਮਹਾਭਾਰਤ ਦੇ ਵਿੱਚ ਇੱਕ ਪ੍ਰਸੰਗ ਆਉਂਦਾ ਹੈ ਕਿ ਇੱਕ ਦਵਿਜ ਕਹੀਏ ਬ੍ਰਾਹਮਣ ਬਣ ਵਿੱਚ ਗਿਆ, ਜੰਗਲ 'ਚ ਵੇਖਦਾ ਕਿ ਇੱਕ ਪਾਸਿਓਂ ਵੱਡੀ ਭਾਰੀ ਵਿਕਰਾਲ ਰੂਪ ਵਾਲੀ ਡਾਇਣ ਆਪਣੀਆਂ ਬਾਹਾਂ 'ਚ ਦਰਖਤਾਂ ਨੂੰ ਭੰਨਦੀ ਆ ਰਹੀ ਆ, ਰਾਖਸ਼ਣੀ। ਇਹਨੇ ਦੂਜੇ ਪਾਸੇ ਵੇਖਿਆ ਤਾਂ ਨਦੀ ਚੜੀ ਹੋਈ ਆ। ਤੀਜੇ ਪਾਸੇ ਵੱਲ ਜਾਣ ਲੱਗੇ ਆ ਤਾਂ ਜੰਗਲ 'ਚ ਭਿਆਨਕ ਅੱਗ ਲੱਗੀ ਹੋਈ ਸੀ। ਚੌਥੇ ਪਾਸਿਓਂ 12 ਮੂੰਹਾਂ ਵਾਲਾ ਇੱਕ ਹਾਥੀ ਮਦਮਸਤ ਹੋਇਆ, ਝੰਗਾੜਦਾ ਹੋਇਆ ਆ ਰਿਹਾ। ਆਲੇ ਦੁਆਲੇ ਖਤਰੀ ਖਤਰਾ। ਭਾਵੇਂ ਹਾਥੀ 12 ਮੂੰਹਾਂ ਵਾਲਾ ਨਹੀਂ ਹੁੰਦਾ, ਪਰ ਦ੍ਰਿਸ਼ਟਾਂਤ ਵਾਸਤੇ ਇਹ ਕਲਪਨਾ ਕੀਤੀ ਗਈ ਆ। 12 ਮੂੰਹਾਂ ਵਾਲਾ ਹਾਥੀ ਹੁੰਦਾ ਨਹੀਂ, ਦ੍ਰਿਸ਼ਟਾਂਤ ਵਾਸਤੇ ਇੱਕ ਸਮਝਣ ਦਾ ਇੱਕ ਨੁਕਤਾ ਹੈ। ਭਾਵ ਦਿਨ ਵੀ ਟੁੱਕਿਆ ਜਾ ਰਿਹਾ, ਰਾਤ ਵੀ ਟੁੱਕੀ ਜਾਂਦੀ ਆ। ਇਹ ਸਭ ਕੁਝ ਵੇਖ ਕੇ ਬੜਾ ਉਹ ਡਰ ਗਿਆ, ਭੈਭੀਤ ਹੋ ਗਿਆ। ਕਹਿੰਦੇ ਜਾਨ ਬਚਾਉਣ ਦੇ ਲਈ ਨੇੜੇ ਇੱਕ ਖੂਹ ਵੇਖ ਕੇ ਨਾ ਉਹਦੇ ਕਿਨਾਰੇ ਲੱਗੇ ਦਰਖਤ ਦੀ ਟਾਹਣੀ ਨਾਲ ਖੂਹ ਵਿੱਚ ਉਹ ਲਟਕ ਗਿਆ। ਉਸ ਦਰਖਤ ਨੂੰ ਮਧੂ ਮੱਖੀਆਂ ਦਾ ਛੱਤਾ ਲੱਗਾ ਹੋਇਆ ਸੀ, ਮੱਖੀਆਂ ਦਾ ਮਖਿਆਲ ਕੇ ਲਈ। ਉਹ ਟਾਹਣੀ ਹਿੱਲਣ ਨਾਲ ਜਿਹੜੀਆਂ ਮੱਖੀਆਂ ਸੀ ਉੱਠੀਆਂ ਤੇ ਉੱਠ ਕੇ ਗੁਰਮੁਖੋ ਉਹਦੇ ਮੂੰਹ 'ਚ ਟਪਕਣ ਲੱਗੀਆਂ। ਉਹ ਜਿਹੜਾ ਸ਼ਹਿਦ ਸੀ ਨਾ, ਜਦੋਂ ਮੱਖੀਆਂ ਉੱਠੀਆਂ, ਟਾਹਣੀ ਹਿੱਲੀ, ਉਹ ਸ਼ਹਿਦ ਜਿਹੜਾ ਸੀ, ਸ਼ਹਿਦ ਮਖਿਆਲ ਇਹਦੇ ਮੂੰਹ ਵਿੱਚ ਟਪਕਣ ਲੱਗ ਪਿਆ। ਇਹ ਸਭ ਕੁਝ ਭੁਲਾ ਕੇ ਉਹਦੀ ਮਿਠਾਸ 'ਚ ਉਹ ਖੋ ਗਿਆ। ਹੁਣ ਜਦੋਂ ਬੁੱਲਾਂ ਤੇ ਜਾਂ ਮੂੰਹ ਤੇ ਮਖਿਆਲ ਡਿੱਗਿਆ, ਚੋਇਆ, ਉਹਨੂੰ ਮਿਠਾਸ ਆਈ। ਉਹ ਡਰ ਸੀ ਜਿਹੜਾ ਉਹਨੂੰ ਲੱਗ ਰਿਹਾ, ਉਹਦਾ ਖਿਆਲ ਹਟਿਆ, ਉਹ ਮਿਠਾਸ ਵਿੱਚ ਖੋ ਗਿਆ। ਭਾਵ ਜਦੋਂ ਮਿਠਾਸ ਸ਼ਾਇਦ ਉਹ ਮਖਿਆਲ ਮੂੰਹ ਤੇ ਡਿੱਗਿਆ ਤੇ ਗੁਰਮੁਖੋ ਉਹਦੇ ਵਿੱਚ ਉਹ ਖੋ ਗਿਆ। 2 ਚੂਹੇ ਕਾਲਾ ਤੇ ਚਿੱਟਾ ਭਾਵ ਇਸ ਟਾਹਣੀ ਨੂੰ ਟੁੱਕ ਰਹੇ ਸਨ। ਉਸੇ ਦਰਖਤ ਦੇ 2 ਚੂਹੇ ਚੜੇ ਹੋਏ ਨੇ, ਇੱਕ ਕਾਲਾ ਇੱਕ ਚਿੱਟਾ। ਉਹ ਟਾਹਣੀ ਨੂੰ ਟੁੱਕ ਰਹੇ ਸੀ। ਇਹਦੀ ਨਜ਼ਰ ਹੇਠਾਂ ਵੱਲ ਗਈ ਤਾਂ ਖੂਹ 'ਚ ਇੱਕ ਭਿਆਨਕ ਅਸਰਾਲ ਮੂੰਹ ਅੱਡੀ ਪਈ ਆ। ਅਸਰਾਲ ਆਪਾਂ ਸਿਰਾਲ ਕਹਿ ਦਿੰਦੇ ਹਾਂ। ਇਹਨੇ ਨੂੰ ਚੂਹਿਆਂ ਨੇ ਉਹ ਆਸਰੇ ਵਾਲੀ ਟਾਹਣੀ ਜਿਹੜੀ ਸੀ ਟੁੱਕ ਦਿੱਤੀ ਤੇ ਇਹ ਖੂਹ 'ਚ ਡਿੱਗ ਕੇ ਅਸਰਾਲ ਦੇ ਮੂੰਹ 'ਚ ਜਾ ਪਿਆ। ਭਾਵ ਬਾਣੀ ਕਹਿ ਰਹੀ ਆ, ਅਨਦਿਨ ਮੂਸਾ ਲਾਜ ਟੁਕਾਈ, ਗਿਰਤ ਕੂਪ ਮੈਂ ਖਾਏ ਮਿਠਾਈ। ਗੁਰਬਾਣੀ ਦੀ ਵਿਚਾਰ ਹੈ। ਭਾਵ ਉਹ ਦਵਿਜ ਦੀ ਨਿਆਈ ਇਸ ਜੀਵ ਦੀ ਹਾਲਤ ਹੈ। ਭਾਵ ਆਪਣੀ ਇਸ ਸੰਸਾਰ, ਭਾਵ ਆ ਦੁਨੀਆ ਜਿਹੜੀ ਆ, ਆਪਣਾ ਕੰਮ ਉਸ ਬ੍ਰਾਹਮਣ ਦੇ ਵਾਂਗ ਹੈ ਤੇ ਉਹ ਦੁੱਧ ਦੀ ਰਾਈ ਭਾਵ ਭੁਲੇਖਾ ਹੈ। ਆਲੇ ਦੁਆਲੇ ਖਤਰੀ ਖਤਰਾ, ਦਿਨ ਰਾਤ
ਜੋ ਚੂਹੇ ਨੇ ਕਾਲਾ ਤੇ ਚਿੱਟਾ ਜੀਵਨ ਨੂੰ ਟੁੱਕ ਰਹੇ ਆ। ਭਾਵ ਕਿ ਬਣ ਵਿੱਚ 12 ਮੂੰਹਾਂ ਵਾਲੇ ਹਾਥੀ ਦੀ ਨਾਈ ਇਹ 12 ਮਹੀਨਿਆਂ ਵਾਲਾ ਸਾਲ ਗੁਜ਼ਰ ਰਿਹਾ, ਜਿਸ ਨਾਲ ਸਾਰਿਆਂ ਦੀ ਉਮਰ ਭੱਜੀ ਜਾ ਰਹੀ ਹੈ। ਦੂਜੇ ਪਾਸੇ ਬਿਰਧ ਅਵਸਥਾ ਰੂਪੀ ਡੈਣ ਨੇ ਆਪਣੀਆਂ ਰੋਗਾਂ ਰੂਪੀ ਬਾਹਾਂ ਖਿਲਾਰੀਆਂ ਹੋਈਆਂ ਨੇ, ਬੜੇ ਉਡੀਕ ਰਿਹਾ ਸਭ ਨੂੰ, ਬਾਹਾਂ ਖਿਲਾਰ ਕੇ ਜਵਾਨੀ ਨੂੰ ਗਰਸਿਆ ਹੋਇਆ। ਕਹਿੰਦੇ ਤੀਜੇ ਪਾਸੇ ਆਸਾ ਰੂਪੀ ਨਦੀ 'ਚ ਪਦਾਰਥਾਂ ਦਾ ਹੜ ਆ ਰਿਹਾ, ਤ੍ਰਿਸ਼ਨਾ ਵੱਧ ਰਹੀ ਹੈ ਬੰਦੇ ਦੀ, ਪਦਾਰਥ ਦਿਖ ਰਹੇ ਨੇ, ਅਗਲੀਆਂ ਤਿਆਰੀਆਂ ਨਹੀਂ ਕਰਦਾ, ਹੜ ਆਇਆ ਹੋਇਆ। ਤੇ ਚੌਥੇ ਪਾਸੇ ਤ੍ਰਿਸ਼ਨਾ ਦੀ ਅੱਗ ਇਸ ਸੰਸਾਰ ਰੂਪੀ ਜੰਗਲ 'ਚ ਜੀਵਾਂ ਨੂੰ ਜਲਾ ਰਹੀ ਆ। ਹਰ ਇੱਕ ਬੰਦਾ ਅੰਦਰੋਂ ਮੱਚਦਾ, ਥੋੜੀ ਬਹੁਤੀ ਅੱਗ ਨਹੀਂ। ਮਹਾਰਾਜ ਕਹਿੰਦੇ ਆ ਜੀ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਲੱਗੀ ਆ ਹਰ ਇੱਕ ਦੇ। 4 ਅੱਗ ਦੀਆਂ ਨਦੀਆਂ ਨੇ, 4 ਇੱਕ ਅੱਧੀ ਨਹੀਂ, 4 ਕਾਮ ਦੀ, ਕ੍ਰੋਧ ਦੀ, ਲਾਲਚ ਦੀ, ਅਹਿੰਸਾ ਦੀ, ਇਹ 4 ਅੱਗ ਦੀਆਂ ਨਦੀਆਂ ਨੇ। ਜਿਵੇਂ ਉਹ ਜੰਗਲ 'ਚ ਜੀਵਾਂ ਨੂੰ ਅੱਗ ਜਲਾਉਂਦੀ ਹੈ, ਉਸੇ ਤਰ੍ਹਾਂ ਸੰਸਾਰ ਰੂਪੀ ਜੰਗਲ 'ਚ ਸਾਨੂੰ ਉਹ ਅੱਗ ਜਿਹੜੀ ਹੈ 4 ਅੱਗ ਦੀਆਂ ਨਦੀਆਂ ਜਲਾ ਰਹੀਆਂ ਨੇ। ਪੈ ਭੀਤ ਹੋਇਆ ਜੀਵ ਕਰਮਾਂ ਬਸ ਸਰੀਰ ਰੂਪੀ ਖੂਹ 'ਚ ਲਟਕ ਰਿਹਾ। ਹੁਣ ਜੇ ਕੰਮ ਨਹੀਂ ਕਰਦੇ ਤਾਂ ਵੀ ਨਹੀਂ ਸਰਦਾ, ਜੇ ਕਰਦੇ ਆ ਤਾਂ ਵੀ ਗੜਬੜ ਹੈ। ਭਾਵ ਖੂਹ ਹੈ, ਕਰਮਾਂ ਰੂਪੀ ਖੂਹ 'ਚ ਆਪਾਂ ਲਟਕੇ ਹੋਏ ਆ, ਕਰਨੀ ਪੈਣਾ ਜੀ ਕੰਮ। ਉਮਰ ਰੂਪੀ ਟਾਹਣੀ ਨੂੰ ਦਿਨ ਤੇ ਰਾਤ ਦੇ 2 ਚੂਹੇ ਨੇ ਜਿਹੜੇ ਉਹ ਟੁੱਕ ਰਹੇ ਨੇ, ਦਿਨ ਤੇ ਰਾਤ, ਕਾਲਾ ਤੇ ਚਿੱਟਾ। ਹੁਣ ਦਿਨ ਚੜ੍ਹਨਾ, ਫਿਰ ਰਾਤ ਹੋ ਜਾਣੀ ਹੈ, ਰਾਤ ਹੋ ਜਾਣੀ ਹੈ, ਫਿਰ ਦਿਨ ਚੜ੍ਹ ਜਾਣਾ, ਚੱਲ ਰਹੇ ਨੇ। ਫਿਰ ਵੀ ਜੀਵ ਨੂੰ ਸ਼ਬਦ ਸਪਰਸ਼ ਰੂਪ ਰਸ ਗੰਧ ਆ ਵਿਸ਼ੇ ਜਿਹੜੇ ਨੇ ਉਹ ਸ਼ਾਇਦ ਮਿੱਠਾ ਲੱਗ ਰਿਹਾ। ਨਾਲੇ ਆਲੇ ਦੁਆਲੇ ਖਤਰਾ। ਵੇਖੋ ਇਹ ਸਭ ਨੂੰ ਪਤਾ, ਜਿਹੜੇ ਸਾਲ ਦੇ 12 ਮਹੀਨੇ, ਜਿਵੇਂ 12 ਮੂੰਹ ਵਾਲਾ ਹਾਥੀ ਆ ਰਿਹਾ ਸੀ, ਆ ਜਿਹੜੇ 12 ਮਹੀਨੇ ਨੇ ਸਾਲ ਦੇ, ਇਹ 12 ਮੂੰਹੇ ਮੰਨੋ, ਖਤਮ ਇਹਨਾਂ ਨੇ ਵੀ ਹੋ ਜਾਣਾ। ਤੇ ਪਤਾ ਵੀ ਜ਼ਿੰਦਗੀ ਖਤਮ ਹੋਏਗੀ, ਫਿਰ ਵੀ ਬੰਦਾ ਸ਼ਬਦ ਸਪਰਸ਼ ਰੂਪ ਆ ਜਿਹੜੇ ਰਸ ਨੇ, ਗੰਧ ਨੇ, ਵਿਸ਼ੇ ਜਿਹੜੇ ਨੇ, ਹਰ ਇੱਕ ਚੀਜ਼ ਉਹਨੂੰ ਮਿੱਠੀ ਲੱਗਦੀ ਹੈ। ਹਰ ਇੱਕ ਚੀਜ਼, ਰਸ, ਫੁਰਨੇ, ਗਲਤ ਵਿਚਾਰਾਂ, ਵਿਕਾਰ ਚੰਗੇ ਲੱਗਦੇ। ਨਾਲੇ ਪਤਾ ਹੈ ਵੀ ਇੱਕ ਦਿਨ ਤਾਂ ਜੀਵਨ ਖਤਮ ਹੋਣਾ, ਫਿਰ ਵੀ ਇਹ ਸ਼ਾਇਦ ਜਿਹੜਾ ਹੈ ਵਿਸ਼ਿਆਂ ਰੂਪੀ ਮਿੱਠਾ ਲੱਗ ਰਿਹਾ। ਅਖੀਰ ਉਮਰ ਦੀ ਸਵਾਸਾਂ ਰੂਪੀ ਟਾਹਣੀ ਜਦੋਂ ਇਹਨਾਂ ਚੂਹਿਆਂ ਦੁਆਰਾ ਕੱਟੀ ਜਾਂਦੀ ਆ, ਤਾਂ ਜੀਵ ਇਸ ਕਾਲ ਰੂਪੀ ਭਿਆਨਕ ਅਸਰਾਲ ਦੇ ਮੂੰਹ ਵਿੱਚ ਜਾ ਕੇ ਡਿੱਗ ਜਾਂਦਾ ਹੈ ਤੇ ਉਹਦੇ ਜੀਵਨ ਦਾ ਅੰਤ ਹੋ ਜਾਂਦਾ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਨਿਤ ਮੂਸਾ ਲਾਜ ਟੁਕਾਏ, ਤੇਰੀ ਉਮਰ ਰੂਪੀ ਡੋਰੀ ਜਿਹੜੀ ਆ, ਦਿਨ ਤੇ ਰਾਤ ਰੂਪੀ 2 ਜਿਹੜੇ ਕਾਲੇ ਤੇ ਚਿੱਟੇ ਚੂਹੇ ਨੇ ਉਹ ਟੁੱਕ ਰਹੇ ਆ ਦਿਨ ਰਾਤ। ਭਵ ਬਨ ਮੈਂ ਤ੍ਰਿਸ਼ਨਾ ਅਗਨ, ਔਦ ਡੈਣ ਗਜ ਕਾਲ, ਨਿਸ ਦਿਨ ਮੂਸੇ ਆਸ ਨਰ ਪਖ ਮਿਰਤ ਖੇਵ। ਭਾਵ ਇਸ ਸੰਸਾਰ ਰੂਪੀ ਜੰਗਲ 'ਚ ਤ੍ਰਿਸ਼ਨਾ ਰੂਪੀ ਅਗਨੀ ਆ, ਉਮਰ ਰੂਪੀ ਡੈਣ ਤੇ ਸਮੇਂ ਰੂਪੀ ਹਾਥੀ ਆ, ਦਿਨ ਰਾਤ ਚੂਹੇ ਜਿਹੜੇ ਨੇ, ਆਸਾ ਨਦੀ ਤੇ ਜੀਵ ਨੂੰ ਮੌਤ ਰੂਪੀ ਸੱਪ ਖਾ ਲਿਆ। ਜ਼ਿੰਦਗੀ ਖਤਮ ਹੁੰਦੀ ਜਾਂਦੀ ਆ, ਕੋਈ ਮੰਨੇ ਨਾ ਮੰਨੇ, ਇਹ ਸੱਚ ਹੈ। ਆਲੇ ਦੁਆਲੇ ਖਤਰਾ ਸਾਨੂੰ, ਫਿਰ ਵੀ ਬੰਦਾ ਉਹ ਜੋ ਬਚਾਵ ਹੈ, ਭਾਵ ਜਿਹਦੇ ਨਾਲ ਡਰ ਨਹੀਂ ਰਹਿਣਾ। ਪ੍ਰਭ ਕੈ ਸਿਮਰਨ ਜਮ ਕਾ ਭਉ ਨਸੈ, ਜਿਹਦੇ ਨਾਲ ਇਹ ਡਰ ਜਿਹੜੇ ਨੇ ਉੱਡਣੇ ਨੇ, ਉਹਦੇ ਵੱਲ ਬੰਦਾ ਧਿਆਨ ਨਹੀਂ ਜੀ ਦਿੰਦਾ। ਤੇ ਗੁੜ ਮਿੱਠਾ ਮਾਇਆ ਪਸਰਿਆ, ਮਨਮੁਖ ਲਗ ਮਾਖੀ ਪਚੈ ਪਚਾਏ। ਇਹ ਵਿਸ਼ੇ ਰੂਪੀ ਵਿਕਾਰ
ਭਾਵ ਮਾਇਆ ਦਾ ਪਸਾਰਾ ਮਿੱਠੇ ਗੁੜ ਦੀ ਨਿਆਈ ਫੈਲ ਰਿਹਾ। ਜਿਵੇਂ ਢਿੱਲਾ ਗੁੜ ਫੈਲਦਾ ਨਾ, ਉਵੇਂ ਇਹ ਮਾਇਆ ਰੂਪੀ ਵਿਕਾਰ ਜਿਹੜੇ ਨੇ ਫੈਲੇ ਹੋਏ ਨੇ, ਅਤੇ ਮਨਮੁਖ ਲੋਕ ਮੱਖੀ ਦੀ ਨਿਆਈ ਇਹਦੇ ਵਿੱਚ ਲੱਗ ਕੇ ਭਾਵ ਸੜਦੇ ਨੇ, ਤੇ ਹੋਰਨਾਂ ਆਪਣੇ ਸੰਗੀਆਂ ਨੂੰ ਵੀ ਉਹ ਸਾੜ ਰਹੇ ਨੇ। ਭਾਵ ਜਦੋਂ ਗੁੜ ਬਣਦਾ ਤਾਂ ਗਰਮ ਗਰਮ ਗੁੜ ਚੱਕ 'ਚ ਫੈਲਿਆ ਹੁੰਦਾ ਹੈ, ਤੇ ਮੱਖੀ ਮਿੱਠਾ ਖਾਣ ਦੇ ਲਾਲਚ ਕਰਕੇ ਇਹਦੇ ਉੱਤੇ ਜਦੋਂ ਆਉਂਦੀ ਹੈ ਨਾ, ਤਾਂ ਉਹਦੇ ਖੰਭ ਮਿੱਠੇ ਨਾਲ ਚਿਪਕ ਜਾਂਦੇ ਆ, ਉਹ ਗਰਮ ਗਰਮ ਗੁੜ 'ਚ ਸੜ ਕੇ ਮਰ ਜਾਂਦੀ ਆ। ਉਸ ਦੀ ਰੀਸ ਨੂੰ ਹੋਰ ਮੱਖੀਆਂ ਵੀ ਜਦੋਂ ਆ ਕੇ ਉੱਥੇ ਬਹਿੰਦੀਆਂ ਨੇ, ਉਹ ਵੀ ਸੜ ਜਾਂਦੀਆਂ ਨੇ, ਮਰਦੀਆਂ ਨੇ। ਉਸੇ ਤਰ੍ਹਾਂ ਮਨਮੁਖ ਜੀਵ ਵਿਸ਼ੇ ਵਿਕਾਰਾਂ ਦੇ ਗੁੜ 'ਚ ਪਚ ਪਚ ਕੇ ਮਰਦੇ ਨੇ, ਤੇ ਦੂਜਿਆਂ ਨੂੰ ਵੀ ਉਹ ਮਾਰਦੇ ਨੇ। ਮਿੱਠਾ ਮੁਖ ਮੂਆ ਕਿਉਂ ਲਏ ਉਡਾਰੀ, ਹਸਤੀ ਗਰਤ ਪਿਆ ਕਿਉਂ ਤਰੀਏ ਤਾਰੀ। ਇਸ ਕਰਕੇ ਸਾਧ ਸੰਗਤ ਜੀ, ਰਹਿਣਾ ਵੇਖੋ ਸੰਸਾਰ 'ਚ ਆ। ਦੁਨੀਆ 'ਚੋਂ ਅਸੀਂ ਕਿਧਰੇ ਹੋਰ ਨਹੀਂ ਭਾਵ ਸਰੀਰ ਨੂੰ ਲੈ ਕੇ ਜਾ ਸਕਦੇ। ਉਹ ਰੱਬ ਦੇ ਨਾਮ ਦੇ ਨਾਲ ਜੁੜ ਕੇ ਰਹੀਏ। ਇਤਨਾ ਨਾ ਹੋਵੇ ਕਿ ਅਸੀਂ ਰੱਬ ਨੂੰ ਭੁੱਲੇ ਜਾਈਏ। ਇਹ ਵੀ ਨਾ ਹੋਵੇ ਕਿ ਕੇਵਲ ਰੱਬ ਵਾਲਾ ਪਾਸੀ ਲੈ ਕੇ ਬਹਿ ਰਿਸ਼ਤੇ ਨਾਤੇ ਜਿਹੜੇ ਨੇ, ਜੋ ਡਿਊਟੀਆਂ ਲੱਗੀਆਂ ਪਰਮੇਸ਼ਰ ਦੀਆਂ, ਗ੍ਰਸਤ ਜੀਵਨ ਜੋ ਗੁਰੂ ਨਾਨਕ ਨੇ ਪ੍ਰਧਾਨ ਬਣਾਇਆ, ਉਹਨੂੰ ਛੱਡ ਕੇ ਇਹ ਵੀ ਨਹੀਂ ਕਰਨਾ। ਵਿੱਚੇ ਰਹਿ ਕੇ ਗੁਰਸਿੱਖ ਪਿਆਰਿਓ, ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲਤਰ ਵਿੱਚੇ ਗਤ ਪਾਈ। ਵਿੱਚੇ ਰਹਿ ਕੇ ਬੰਦੇ ਨੇ, ਕਿਉਂਕਿ ਰਸ ਜਿਹੜੇ ਨੇ ਮਾਨਣ ਦੇ ਬਣਾਏ ਨੇ। ਫਿਰ ਕਈ ਵਾਰ ਬੰਦਾ ਰਹਿੰਦੇ ਆ ਨਾ ਭੋਰਿਆਂ 'ਚ, ਵਿਹੰਗਮ ਰਹਿਣਾ ਜੀ, ਫਿਰ ਜਿਹੜੇ ਨੇ ਵਿਸ਼ੇ ਧੱਕਾ ਮਾਰਨਗੇ। ਅੱਗਾਂ ਜਿਹੜੀਆਂ ਨੇ ਉਹਨਾਂ ਨੂੰ ਠੰਡੀਆਂ ਕਰਦੇ ਜਾਣਾ, ਉਹ ਫਿਰ ਚੜੂਗਾ, ਮਾਰ ਬੰਦੇ ਨੂੰ ਕਰੂਗੀ। ਵਿਸ਼ੇ ਕਰਨਗੇ ਮਾਰ, ਉੱਥੇ ਰਾਤ ਭੋਗਦੇ ਜਾਣਾ ਉਹਦੀ ਰਜਾ 'ਚ, ਕਿਉਂਕਿ ਬੁਖਾਰ ਬੰਦੇ ਦੇ ਅੰਦਰ ਆ। ਜੇ ਘਟ ਗਿਆ, ਬੰਦਾ ਠੰਡਾ ਹੋ ਗਿਆ, ਟੈਂਪਰੇਚਰ ਸਰੀਰ ਦਾ ਘਟ ਗਿਆ ਤਾਂ ਵੀ ਗਿਆ। ਜੇ ਬੁਖਾਰ ਚੜ ਗਿਆ, ਵੱਧ ਗਿਆ, 102 104 ਹੋ ਗਿਆ ਤਾਂ ਬੰਦਾ ਤਾਂ ਵੀ ਗਿਆ। ਇਸੇ ਤਰ੍ਹਾਂ ਗੁਰਮੁਖੋ ਹੱਦ ਦੇ ਵਿੱਚ ਹੀ ਸਾਨੂੰ ਸਹਾਰਾ ਦੇਣਗੇ, ਹੱਦ ਦੇ ਵਿੱਚ ਹੀ ਸਰੀਰ ਠੀਕ ਰਹੇਗਾ। ਇਸ ਕਰਕੇ ਰਸ ਭੋਗਣੇ ਆ। ਆਪੋ ਆਪਣੇ ਪਰਿਵਾਰਾਂ 'ਚ ਵਫਾਦਾਰ ਬੰਦਾ ਹੋਵੇ, ਰੱਬ ਨਾਲ ਵੀ ਜੁੜਿਆ ਹੋਵੇ, ਫਿਰ ਆਉਂਦਾ ਸਕੂਨ ਜੀਵਨ ਜਿਉਣ ਦਾ, ਫਿਰ ਆਉਂਦਾ ਆਨੰਦ ਜੀ। ਸੋ ਆਓ, ਗੁਰਬਾਣੀ ਦੀ ਵਿਚਾਰ ਇੱਥੇ ਸਮਾਪਤ ਹੈ।